ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਨਾਲ। ਇਸ ਵਕਤ ਅਸੀਂ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਦੇ ਵਿੱਚ ਖੜੇ ਹਾਂ। ਸੋ ਗੱਲਬਾਤ ਕਰਾਂਗੇ ਇੱਥੋਂ ਦੇ ਰਿਸਪੈਕਟਡ ਪ੍ਰਿੰਸੀਪਲ ਮੈਮ ਨਵਜੋਤ ਕੌਰ ਜੀ ਨਾਲ, ਜਿਨ੍ਹਾਂ ਨੇ ਅੱਜ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਕਨਵੈਨਸ਼ਨ ਆਯੋਜਿਤ ਕੀਤੀ ਸੀ, ਜਿੱਥੇ ਕਿਸਾਨੀ ਅੰਦੋਲਨ ਨੂੰ ਲੜ ਰਹੀਆਂ ਉਹ ਜਥੇਬੰਦੀਆਂ ਦੇ ਵਿੱਚੋਂ ਇੱਕ ਜਮਹੂਰੀ ਕਿਸਾਨ ਸਭਾ ਦੇ ਜਿਹੜੇ ਆਗੂ ਸੀਗੇ ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਸਨਮਾਨਿਤ ਕੀਤਾ, ਉਹਨਾਂ ਨੂੰ ਸੁਣਿਆ ਵੀ ਤੇ ਸਵਾਲ ਜਵਾਬ ਵੀ ਹੋਏ। ਸੋ ਗੱਲ ਕਰਦੇ ਹਾਂ ਪ੍ਰਿੰਸੀਪਲ ਮੈਮ ਨਾਲ। ਸਤਿ ਸ਼੍ਰੀ ਅਕਾਲ ਮੈਮ। ਸੋ ਮੈਮ, ਇਹ ਕਿਸ ਤਰੀਕੇ ਨਾਲ ਤੁਹਾਡੇ ਮਨ 'ਚ ਆਇਆ ਕਿ ਇਸ ਕਾਲਜ ਦੇ ਵਿੱਚ ਅਸੀਂ ਇੱਕ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਕਨਵੈਨਸ਼ਨ ਆਯੋਜਿਤ ਕਰੀਏ? ਕਿਉਂਕਿ ਹੁਣ ਤੱਕ ਦੇਖਿਆ ਕਿ ਬਹੁਤ ਸਾਰੇ ਅੰਦੋਲਨ ਹੁੰਦੇ ਨੇ, ਪਰ ਕਾਲਜਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ, ਗੱਲਬਾਤ ਨਹੀਂ ਹੁੰਦੀ, ਤੇ ਖਾਸ ਕਰਕੇ ਤੁਸੀਂ ਬੱਚਿਆਂ ਨੂੰ ਉਹਦੇ ਵਿੱਚ ਬਿਠਾਇਆ। ਸੋ ਇਹ ਮੈਨੂੰ ਲੱਗਦਾ ਕਿ ਇੱਕ ਵਿਲੱਖਣ ਜਿਹਾ ਅੰਦੋਲਨ ਸੀਗਾ, ਸ਼ਾਇਦ ਇਸ ਕਰਕੇ। 25 ਤੇ 26 ਨਵੰਬਰ ਨੂੰ ਜਿਸ ਦਿਨ ਸਾਰੇ ਰਸਤੇ ਦੀਆਂ ਰੁਕਾਵਟਾਂ ਨੂੰ ਸਰ ਕਰਕੇ ਸਾਡੇ ਸੂਰਮੇ ਜਿਹੜੇ ਆ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚੇ ਸੀ, ਅਸੀਂ ਉਸ ਤੋਂ 5 ਦਿਨ ਬਾਅਦ ਹੀ ਇੱਕ ਰੈਲੀ ਕੱਢੀ ਸੀ ਜਲੰਧਰ ਦੀਆਂ ਸੜਕਾਂ ਤੇ ਕਿਸਾਨ ਅੰਦੋਲਨ ਦੀ ਹਮਾਇਤ ਦੇ ਵਿੱਚ। ਉਸ ਤੋਂ ਬਾਅਦ ਅਸੀਂ ਦੋ ਸਪੀਕਰਸ ਜਿਹੜੇ ਹੈ ਬੜੇ ਪੰਨੂ ਸਾਹਿਬ ਨੂੰ, ਜਤਿੰਦਰ ਪੰਨੂ ਹੋਰਾਂ ਨੂੰ, ਔਰ ਯੂਨੀਵਰਸਿਟੀ ਤੋਂ ਅਸੀਂ ਡਾਕਟਰ ਪਰਮਿੰਦਰ ਸਿੰਘ ਹੋਰਾਂ ਨੂੰ ਬੁਲਾ ਕੇ ਸੈਮੀਨਾਰ ਕਰਵਾਇਆ ਸੀ। ਉਸ ਤੋਂ ਬਾਅਦ ਲਗਾਤਾਰ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈ ਉਹ ਕਿਸਾਨ ਅੰਦੋਲਨ ਨੂੰ ਹੀ ਸਮਰਪਿਤ ਹੈ ਸਾਡੀਆਂ। ਨਵਾਂ ਸਾਲ ਅਸੀਂ ਮਾਨਸਰ ਟੋਲ ਪਲਾਜ਼ਾ 'ਤੇ ਮਨਾਇਆ, ਲੋਹੜੀ ਸਾਡੀ ਕਿਸਾਨਾਂ ਨੂੰ ਸਮਰਪਿਤ ਸੀ। ਔਰ ਇਸ ਕਾਲਜ ਦੀ ਮਾਨਮੱਤੀ ਰਵਾਇਤ ਹੈ ਕਿ ਅਸੀਂ ਹਰ ਸਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਉਂਦੇ ਹਾਂ, ਔਰ ਇਸ ਸਾਲ ਗੁਰਪੁਰਬ ਵੀ ਜਿਹੜਾ ਹੈ ਉਹ ਕਿਸਾਨਾਂ ਨੂੰ ਹੀ ਸਮਰਪਿਤ ਸੀ। ਅਸੀਂ ਕਿਸਾਨਾਂ ਦੇ ਅੰਦੋਲਨ ਦੀ ਜਿਹੜੀ ਜਿੱਤ ਹੈ ਉਹਦੇ ਲਈ ਹੀ ਅਰਦਾਸ ਕੀਤੀ ਸੀ। ਔਰ ਅੱਜ ਜਿਹੜਾ ਹੈ ਬਹੁਤ ਸਾਰੀਆਂ ਐਕਟੀਵਿਟੀਜ਼ ਅਸੀਂ ਕੀਤੀਆਂ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ, ਪਰ ਮੈਨੂੰ ਇੰਝ ਲੱਗਦਾ ਸੀਗਾ ਕਿ ਮੈਂ ਆਪਣੀਆਂ ਬੇਟੀਆਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਸਟੂਡੈਂਟਸ ਨੂੰ, ਜਿਹੜੇ ਅਸਲੀ ਨਾਇਕ ਹੈ ਜ਼ਿੰਦਗੀ ਦੇ, ਇਹ ਤਾਂ ਹੀਰੋਜ਼ ਫਿਲਮਾਂ ਵਾਲੇ ਹੀ ਦੇਖਦੇ ਆ ਨਾ, ਔਰ ਜਿਹੜੇ ਜ਼ਿੰਦਗੀ ਦੇ ਅਸਲੀ ਨਾਇਕ ਹੈ, ਜਿਹੜੇ ਇਸ ਵੇਲੇ ਹੱਕ ਸੱਚ ਤੇ ਇਨਸਾਫ ਦੀ ਲੜਾਈ ਲੜ ਰਹੇ ਆ, ਮੈਂ ਉਹਨਾਂ ਯੋਧਿਆਂ ਨਾਲ ਇਹਨਾਂ ਨੂੰ ਰੂਬਰੂ ਕਰਾਵਾਂ, ਉਹਨਾਂ ਨਾਲ ਮਿਲਾਵਾਂ। ਇਹਨਾਂ ਦੇ ਮਨ 'ਚ ਵੀ ਬਹੁਤ ਸਾਰੇ ਪ੍ਰਸ਼ਨ ਸੀ, ਬਹੁਤ ਸਾਰੇ ਸੰਸ਼ੇ ਸੀਗੇ ਜਿਹੜੇ ਇਹ ਪੁੱਛਣਾ ਚਾਹੁੰਦੀਆਂ ਸੀ। ਇਸ ਕਰਕੇ ਜਦੋਂ ਮੈਂ ਬੇਨਤੀ ਕੀਤੀ ਦਿੱਲੀ ਲੀਡਰਸ਼ਿਪ ਨੂੰ, ਤਾਂ ਉਸ ਵੇਲੇ ਜਮਹੂਰੀ ਕਿਸਾਨ ਸਭਾ ਦੇ ਜਿਹੜੇ ਲੀਡਰ ਹੈ ਉਹਨਾਂ ਨੇ ਸਾਨੂੰ ਹਾਮੀ ਭਰੀ। ਔਰ ਇਹ ਅਸੀਂ ਸਰ, ਇਹ ਨਹੀਂ ਹੈ ਕਿ ਇਹ ਸਾਡਾ ਆਖਰੀ ਸੈਮੀਨਾਰ ਨਹੀਂ ਹੈ, ਇਹ ਸਾਡੀ ਪਹਿਲੀ ਕੜੀ ਹੈ ਸੈਮੀਨਾਰ ਦੀ। ਅਸੀਂ ਸਾਰੀਆਂ 31 ਦੀਆਂ 31 ਜਿਹੜੀਆਂ ਯੂਨੀਅਨਸ ਹੈ ਸਾਰਿਆਂ ਦੇ ਲੀਡਰਸ ਨੂੰ ਬੁਲਾਵਾਂਗੇ, ਔਰ ਸਾਰਿਆਂ ਦੇ ਨਾਲ ਹੀ ਇਸ ਤਰ੍ਹਾਂ ਵਾਰੀ ਅਸੀਂ ਗੱਲਬਾਤ ਕਰਾਂਗੇ। ਔਰ ਅਸੀਂ ਦੁਆ ਕਰਦੇ ਹਾਂ ਕਿ ਜਿਹੜੇ ਕਾਲੇ ਕਾਨੂੰਨ ਹੈ ਵਾਪਸ ਹੋਣ, ਕਿਉਂਕਿ ਸਾਡਾ ਇੱਕੋ ਹੀ ਨਾਰਾ ਹੈ, ਧੀ ਤੇ ਫਸਲ ਇੱਕ ਸਮਾਨ, ਅਸੀਂ ਦੋਨਾਂ ਦਾ ਕਰੀਏ ਸਨਮਾਨ। ਔਰ ਅਸੀਂ ਚਾਹੁੰਦੇ ਹਾਂ, ਕਿਉਂਕਿ ਖੇਤ ਮਜ਼ਦੂਰਾਂ ਦੀਆਂ ਧੀਆਂ, ਕਿਸਾਨਾਂ ਦੀਆਂ ਧੀਆਂ ਸਾਡੇ ਕੋਲ ਪੜ੍ਹਦੀਆਂ ਆ, ਜੇ ਅਸੀਂ ਇਹਨਾਂ ਬੱਚਿਆਂ ਦੇ ਭਵਿੱਖ ਲਈ ਨਹੀਂ ਸੋਚਾਂਗੇ ਤਾਂ ਕੌਣ ਸੋਚੇਗਾ। ਬਿਲਕੁਲ ਜੀ, ਬਿਲਕੁਲ। ਜਿਸ ਤਰੀਕੇ ਨਾਲ ਮੈਡਮ ਨੇ ਇਸ ਵਕਤ ਕਿਹਾ, ਉਸੇ ਤਰ੍ਹਾਂ ਮੈਂ ਕਹਿੰਦਾ, ਉੱਠ ਜਾਗ ਕਿਸਾਨਾਂ, ਤੇਰੇ ਅੱਗੇ ਝੁਕੇ ਜ਼ਮਾਨਾ। ਸੋ ਨੈਚੁਰਲੀ ਗੱਲ ਹੈ, ਕਿਉਂ ਕਿਸਾਨ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੇ ਰੀੜ੍ਹ ਦੀ ਹੱਡੀ ਹੀ ਟੁੱਟ ਗਈ ਜਾਂ ਕਮਜ਼ੋਰ ਹੋ ਗਈ ਤਾਂ ਇਹ ਦੇਸ਼ ਖੜਾ ਹੋਣਾ ਬਹੁਤ ਮੁਸ਼ਕਿਲ ਹੈ। ਸੋ ਬਿਲਕੁਲ ਮੈਮ ਦੀਆਂ ਜਿਹੜੀਆਂ ਭਾਵਨਾਵਾਂ ਨੇ, ਦੇਖੋ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਜਿਸ ਦਿਨ ਤੋਂ ਅੰਦੋਲਨ ਸ਼ੁਰੂ ਹੋਇਆ ਤੇ ਅਲੱਗ-ਅਲੱਗ ਕਾਰਜਕ੍ਰਮ ਜਿਹੜੇ ਨੇ ਉਹ ਕਰਦੇ ਆ ਰਹੇ ਨੇ। ਪਰ ਮੇਰਾ ਮੈਮ ਸਵਾਲ ਸੀ ਕਿ ਦੇਖੋ ਅੰਦੋਲਨ ਬਹੁਤ ਹੋਏ ਨੇ, ਪਰ ਕਦੀ ਮੇਰੇ ਖਿਆਲ ਨਾਲ ਸ਼ਾਇਦ ਤੁਸੀਂ ਆਪਣੀਆਂ ਬੱਚੀਆਂ ਨੂੰ ਪ੍ਰੋਤਸਾਹਿਤ ਨਹੀਂ ਕੀਤਾ ਹੋਏਗਾ ਵੀ ਉਹਨਾਂ ਅੰਦੋਲਨ 'ਚ ਹਿੱਸਾ ਬਣੋ। ਤੁਸੀਂ ਰੋਕਿਆ ਜ਼ਰੂਰ ਹੋਏਗਾ ਕਿ ਉੱਥੇ ਕੁਝ ਹਿੰਸਕ ਘਟਨਾਵਾਂ ਹੋ ਸਕਦੀਆਂ ਨੇ, ਈਵਨ ਦੈਨ ਸ਼ਾਇਦ ਕਈ ਵਾਰ ਕਾਲਜ ਵੀ ਤੁਹਾਨੂੰ ਬੰਦ ਕਰਨਾ ਪਿਆ ਹੋਏਗਾ ਕਿ ਬੱਚੀਆਂ ਨਾ ਹੋਣ। ਪਰ ਇਹ ਅੰਦੋਲਨ ਇੱਕ ਐਸਾ ਅੰਦੋਲਨ ਹੈ ਜਿਹਦੇ ਵਿੱਚ ਤੁਸੀਂ ਖੁਦ ਉਹਨਾਂ ਨੂੰ ਬੁਲਾ ਰਹੇ ਹੋ ਤੇ ਪ੍ਰੇਰਨਾ ਵੀ ਦੇ ਰਹੇ ਹੋ, ਤੇ ਤੁਸੀਂ, ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਉਹਨਾਂ ਬੱਚਿਆਂ ਨੂੰ ਦਿੱਲੀ ਉਸ ਅੰਦੋਲਨ ਦੇ ਵਿੱਚ ਲੈ ਕੇ ਵੀ ਜਾਓਗੇ। ਕਿਸਾਨ ਅੰਦੋਲਨ ਹੁਣ ਕਿਸਾਨ ਅੰਦੋਲਨ ਹੀ ਰਿਹਾ, ਜਨ ਅੰਦੋਲਨ ਬਣ ਗਿਆ। ਤੇ ਜਦੋਂ ਲੋਕਾਈ ਦੀ ਆਵਾਜ਼ ਬਣ ਜੇ ਨਾ ਕੋਈ ਅੰਦੋਲਨ, ਤੇ ਉਸ ਵੇਲੇ ਹਰ ਬੰਦੇ ਦਾ ਜਿਹੜਾ ਹੈ ਉਹਦਾ ਉੱਠਣਾ ਲਾਜ਼ਮੀ ਹੁੰਦਾ। ਔਰ ਇਹ ਜਿਹੜੀ ਸੰਸਥਾ ਹੈ ਨਾ, ਮੈਂ ਇਹਦੇ ਬਾਰੇ ਜ਼ਰੂਰ ਤੁਹਾਨੂੰ ਦੱਸਾਂਗੀ ਕਿ ਇਹ ਲਾਇਲਪੁਰ ਤੋਂ ਉੱਠ ਕੇ ਅਸੀਂ ਆਏ ਹਾਂ, ਔਰ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਔਰ ਸ਼ਹੀਦ ਸੁਖਦੇਵ, ਉਹਨਾਂ ਦੇ ਮੁਕੱਦਸ ਪੈੜਾਂ ਦੇ ਨਿਸ਼ਾਨ ਪਏ ਹੋਏ, ਬਚਪਨ ਦੀਆਂ ਪੈੜਾਂ ਦੇ। ਜਦੋਂ ਮੈਂ ਇਸ ਕਾਲਜ ਨੂੰ ਜੁਆਇਨ ਕੀਤਾ ਤੇ ਮੈਂ ਜਦੋਂ ਹਿਸਟਰੀ ਪੜ੍ਹੀ ਇਸ ਕਾਲਜ ਦੀ, ਤੇ ਮੈਨੂੰ ਪਤਾ ਲੱਗਿਆ ਕਿ ਸ਼ਹੀਦ ਸੁਖਦੇਵ ਹੋਰਾਂ ਦੇ ਦਾਦਾ ਜੀ ਵਲੀ ਰਾਮ ਹੋਰਾਂ ਦੀ ਜਿਹੜੀ ਹੈ ਲਾਇਲਪੁਰ ਖਾਲਸਾ ਕਾਲਜ ਦੇ ਨਾਲ ਕੰਧ ਸੀ ਸਾਂਝੀ, ਜਿੱਥੇ ਉਹਨਾਂ ਦੀ ਦੁਕਾਨ ਸੀ। ਔਰ ਇਹ ਦਿਨੋਂ ਬੱਚੇ ਸ਼ਹੀਦ ਆਜ਼ਮ ਭਗਤ ਸਿੰਘ ਔਰ ਸੁਖਦੇਵ ਖੇਲਦੇ ਸੰਸਥਾ ਦੇ ਅੰਦਰ ਆ ਜਾਂਦੇ ਹੁੰਦੇ ਸੀ। ਔਰ ਸਾਡੇ ਸੰਸਥਾ ਦੇ ਜਿਹੜੇ ਸਰਪ੍ਰਸਤ ਹੈ ਜਦੋਂ 1947 'ਚ ਉੱਜੜ ਕੇ ਉੱਧਰੋਂ ਆਏ ਆ ਲਾਇਲਪੁਰ ਤੋਂ, ਤੇ ਕਾਲਜ ਦੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਸ਼ਹੀਦਾਂ ਦੇ ਪੈਰਾਂ ਦੀ ਮਿੱਟੀ ਵੀ ਲੈ ਕੇ ਆਏ ਸੀਗੇ। ਔਰ ਇਹੀ ਕਾਰਨ ਹੈ ਕਿ ਜਿਹੜੀ ਦੇਸ਼ ਭਗਤੀ ਔਰ ਸਮਾਜ ਸੇਵਾ ਸਾਡੀਆਂ ਰਗਾਂ 'ਚ ਹੈ। ਔਰ ਇਸ ਅੰਦੋਲਨ ਦੀ ਇਸੇ ਕਰਕੇ ਅਸੀਂ ਹਮਾਇਤ ਕਰ ਰਹੇ ਹਾਂ ਕਿ ਇਹ ਦੱਬੇ ਕੁਚਲੇ ਤੇ ਮਜ਼ਲੂਮ ਲੋਕਾਂ ਦਾ ਅੰਦੋਲਨ ਹੈ। ਔਰ ਸਾਡੇ ਸ਼ਹੀਦਾਂ ਨੇ
ਇਸ ਆਜ਼ਾਦੀ ਦੀ ਖਾਤਰ ਆਪਣਾ ਖੂਨ ਡੋਲਿਆ ਸੀ, ਅਸੀਂ ਉਸ ਆਜ਼ਾਦੀ ਨੂੰ ਅਜਾਈ ਨਹੀਂ ਜਾਣ ਦਿਆਂਗੇ। ਇਹ ਸਾਡਾ ਸੁਪਨਾ ਹੈ ਔਰ ਸਾਡਾ ਜਿਹੜਾ ਅਹਿਦ ਹੈ। ਸੋ ਮੇਰਾ ਅਗਲਾ ਸਵਾਲ ਹੈ ਮੈਮ ਕਿ ਤੁਹਾਨੂੰ ਇਹ ਲੱਗਦਾ ਆਈ ਥਿੰਕ ਸ਼ਾਇਦ ਕਿ ਕਿਸਾਨੀ ਅੰਦੋਲਨ ਦੇ ਤਿੰਨਾਂ ਕਾਲੇ ਕਾਨੂੰਨਾਂ ਤੋਂ ਇਲਾਵਾ ਸੋ ਆਮ ਲੋਕਾਂ ਦੀ ਆਜ਼ਾਦੀ ਦੇ ਉੱਤੇ ਵੀ ਸਰਕਾਰ ਅੰਕੁਸ਼ ਲਾਉਣਾ ਚਾਹੁੰਦੀ, ਮੈਨੂੰ ਲੱਗਦਾ ਕਿ ਜਿਹਦੇ ਕਰਕੇ ਤੁਸੀਂ ਆਏ ਹੋ, ਕਿਉਂਕਿ ਸਮਾਜ ਹਲੇ ਤੱਕ ਉੱਠ ਨਹੀਂ ਰਿਹਾ। ਕਿਉਂਕਿ ਇਹ ਅੰਦੋਲਨ ਕਈ ਵਾਰ ਤਾਂ ਇਹ ਵੀ ਲੱਗਦਾ ਵੀ ਕਿਸਾਨਾਂ ਨੂੰ ਨਹੀਂ, ਆਮ ਲੋਕਾਂ ਨੂੰ ਕਰਨਾ ਚਾਹੀਦਾ ਸੀਗਾ ਕਿ ਆਮ ਲੋਕਾਂ ਦੇ ਜਮਹੂਰੀ ਹੱਕ ਤੇ ਲੋਕਤੰਤਰਿਕ ਹੱਕ ਜਿਹੜੇ ਸੀ ਉਹਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੇਖੋ, ਇਸ ਤੋਂ ਪਹਿਲਾਂ ਸ਼ਹੀਨ ਬਾਗ 'ਚ ਜੋ ਹੋਇਆ ਤੁਹਾਡੇ ਸਾਹਮਣੇ ਹੀ ਹੈ ਨਾ, ਉਸ ਵੇਲੇ ਵੀ ਜਿਹੜਾ ਹੈ ਨਾਗਰਿਕਤਾ ਸੋਧ ਬਿੱਲ ਦੇ ਸੰਬੰਧ ਦੇ ਵਿੱਚ ਉੱਥੇ ਵੀ ਮਾਵਾਂ ਭੈਣਾਂ ਧੀਆਂ ਨੇ ਸ਼ੁਰੂ ਕੀਤਾ ਸੀ ਅੰਦੋਲਨ ਔਰ ਸਰਕਾਰ ਨੇ ਸਖਤੀ ਨਾਲ ਉਹਨੂੰ ਦਬਾ ਦਿੱਤਾ ਸੀਗਾ। ਔਰ ਅੱਜ ਫਿਰ ਇਹ ਅੰਦੋਲਨ ਜਿਹੜਾ ਹੈ ਜਨ ਅੰਦੋਲਨ ਬਣ ਚੁੱਕਾ। ਪਹਿਲੀ ਗੱਲ ਤਾਂ ਇਹ ਜਿਹੜੇ ਕਾਨੂੰਨ ਹੈ ਸਟੇਟ ਸਬਜੈਕਟ ਹੈ, ਸੈਂਟਰ ਜਿਹੜਾ ਹੈ ਇਹਨਾਂ 'ਚ ਦਖਲਅੰਦਾਜ਼ੀ ਕਰਕੇ ਸਿੱਧਾ ਦਾ ਸਿੱਧਾ ਜਿਹੜਾ ਹੈ ਸਾਡੇ ਜਮਹੂਰੀ ਹੱਕ ਜਿਹੜੇ ਹੈ ਉਹਨਾਂ ਨੂੰ ਖਤਮ ਕਰ ਰਿਹਾ। ਔਰ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਇਹ ਕਾਨੂੰਨ ਜਿਹੜੇ ਹੈ ਇਹ ਸਿਰਫ ਕਿਸਾਨ ਵਿਰੋਧੀ ਨਹੀਂ ਹੈ, ਸਮਾਜ ਵਿਰੋਧੀ ਵੀ ਹੈ ਔਰ ਆਧਾਰਹੀਨ ਹੈ, ਤਰਕਹੀਨ ਹੈ ਔਰ ਸਾਡੇ ਜਿਹੜੇ ਮੌਲਿਕ ਅਧਿਕਾਰ ਹੈ ਉਹਨਾਂ ਦਾ ਸਿੱਧੇ ਤੌਰ ਤੇ ਹਨਨ ਹੈ ਔਰ ਜਮਹੂਰੀਅਤ ਦਾ ਕਤਲ ਹੋ ਰਿਹਾ ਹੈ। ਤਾਂ ਹੀ ਮੇਰੇ ਖਿਆਲ ਨਾਲ 11 ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਤੇ 26 ਤਰੀਕ ਦਾ ਸ਼ਾਇਦ 26 ਜਨਵਰੀ ਦਾ ਇੰਤਜ਼ਾਰ ਕਰ ਰਹੀ ਸੀ ਸਰਕਾਰ ਕਿ ਇਹਨਾਂ ਦੇ ਇਸ ਜਮਹੂਰੀ ਹੱਕਾਂ ਦਾ ਦਮਨ ਕਿੱਦਾਂ ਕੀਤਾ ਜਾ ਸਕਦੇ, ਪ੍ਰਵੋਕ ਕਰਕੇ ਕੋਈ ਨਾ ਕੋਈ ਇਹੋ ਜਿਹੀ ਹਰਕਤ ਕਰਾਈ ਜਾਵੇ ਤੇ ਅਸੀਂ ਇਸ ਅੰਦੋਲਨ ਨੂੰ ਦਬਾ ਲਿਆ ਜਾਵੇ। ਦੇਖੋ, 26 ਜਨਵਰੀ ਵਾਲਾ ਜਿਹੜੀ ਘਟਨਾ ਹੈ ਉਸ ਵੇਲੇ ਸਾਡਾ ਅੰਦੋਲਨ ਸਿਖਰ ਤੇ ਸੀ ਔਰ ਸਰਕਾਰ ਵੀ ਇਹ ਮੰਨ ਚੁੱਕੀ ਸੀ ਕਿ ਇਖਲਾਕੀ ਤੌਰ ਤੇ ਮਜ਼ਦੂਰ ਕਿਸਾਨ ਜਿੱਤ ਚੁੱਕੇ ਆ। ਔਰ ਫਿਰ ਉਸ ਵੇਲੇ ਉਹਨਾਂ ਨੇ ਸਾਡੇ ਕੁਝ ਨੌਜਵਾਨਾਂ ਨੂੰ ਵਰਗਲਾ ਕੇ ਭਰਮਾ ਕੇ ਮੈਂ ਕਹਾਂਗੀ ਕਿ ਲਾਲ ਕਿਲੇ ਦਾ ਰਾਹ ਖੋਲ੍ਹ ਕੇ ਸਾਨੂੰ ਅੰਨੀ ਗੁਫਾ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਸਮਝ ਚੁੱਕੇ ਹਾਂ ਸਾਰੀਆਂ ਸਾਜ਼ਿਸ਼ਾਂ ਨੂੰ ਔਰ ਅਸੀਂ ਹੁਣ ਚੁਕੰਨੇ ਹੋ ਗਏ ਹਾਂ ਔਰ ਅਸੀਂ ਆਲਾ ਦੁਆਲਾ ਦੇਖ ਕੇ ਹੀ ਹੁਣ ਜਿਹੜਾ ਹੈ ਸੰਘਰਸ਼ ਨੂੰ ਅਗਲੀ ਜਿਹੜੀ ਹੈ ਉਹ ਸਾਡੀ ਲੀਡਰਸ਼ਿਪ ਜਿਹੜੀ ਹੈ ਬੜੀ ਸੁਚੱਜੀ ਲੀਡਰਸ਼ਿਪ ਹੈ ਔਰ ਉਹਨਾਂ ਦੀ ਸੁਚੱਜੀ ਲੀਡਰਸ਼ਿਪ ਦੇ ਵਿੱਚ ਬੜੇ ਸਿਦਕ ਦੇ ਨਾਲ ਉਹ ਲੋਕ ਜਿਹੜੇ ਹੈ ਉਸ ਵੇਲੇ ਡਟੇ ਹੋਏ ਆ ਔਰ ਮੈਂ ਉਹਨਾਂ ਨੂੰ ਸੱਚੀ ਸਲਾਮ ਕਰਦੀ ਹਾਂ ਤੁਹਾਡੇ ਚੈਨਲ ਦੇ ਥਰੂ ਕਿ ਕਿਸ ਉਮਰ ਦੇ ਬਜ਼ੁਰਗ ਜਿਹੜੇ ਹੈ 80 ਸਾਲ ਦੇ ਬਜ਼ੁਰਗ ਉੱਥੇ ਮਾਵਾਂ ਭੈਣਾਂ ਧੀਆਂ ਔਰ ਮੈਂ ਔਰਤਾਂ ਨੂੰ ਵੀ ਸਲਾਮ ਕਰਦੀ ਹਾਂ ਜਿਹੜੀਆਂ ਹਮੇਸ਼ਾ ਇਹੀ ਕਹਿੰਦੇ ਆ ਕਿ ਮਰਦ ਇਤਿਹਾਸ ਸਿਰਜਦੇ ਆ, ਭਾਵੇਂ ਅਸੀਂ ਪਿੱਛੇ ਰਹਿ ਕੇ ਇਤਿਹਾਸ ਦੀਆਂ ਸਿਰਜਣਹਾਰ ਰਹੀਆਂ ਆ ਪਰ ਇਸ ਵੇਲੇ ਔਰਤਾਂ ਜ਼ਾਹਰਾ ਤੌਰ ਤੇ ਸਾਹਮਣੇ ਤੌਰ ਤੇ ਸਮਾਜ ਦੇ ਵਿਕਾਸ ਦੀ ਜਿਹੜੀ ਪ੍ਰਕਿਰਿਆ ਉਹਦੇ 'ਚ ਪੂਰੀ ਆਪਣੀ ਸ਼ਮੂਲੀਅਤ ਦਰਜ ਕਰਾ ਰਹੀਆਂ, ਚਾਹੇ ਉਹ ਬਾਰਡਰਸ ਤੇ ਬੈਠੀਆਂ, ਚਾਹੇ ਘਰਾਂ 'ਚ ਆਪਣੇ ਬੱਚਿਆਂ ਨੂੰ, ਆਪਣੇ ਘਰ ਵਾਲਿਆਂ ਨੂੰ ਔਰ ਆਪਣੇ ਸਹੁਰਿਆਂ ਨੂੰ, ਆਪਣੇ ਬਾਪਾਂ ਨੂੰ, ਉੱਥੇ ਪੂਰੇ ਪਰਿਵਾਰ ਨੂੰ ਭੇਜਿਆ ਹੋਇਆ ਔਰ ਪਿੱਛੇ ਮਰਦਾਂ ਵਾਲੇ ਸਾਰੇ ਕੰਮ ਕਰ ਰਹੀਆਂ। ਵਾਕਈ ਉਹਨਾਂ ਨੂੰ ਸਲਾਮ ਕਰਦੀ ਹਾਂ ਮੈਂ। ਸੋ ਮੈਮ ਜਿਸ ਤਰੀਕੇ ਨਾਲ ਤੁਸੀਂ ਇਹ ਦੇਖਦੇ ਹੋ ਕਿ ਸਰਕਾਰ ਨੇ ਜਿੱਦਾਂ ਹੀ ਪੰਜਾਬ ਦੇ ਵਿੱਚ ਅੰਦੋਲਨ ਚੱਲਿਆ ਸੀ ਤਾਂ ਉਸ ਟਾਈਮ ਕਿਨਾਰਾ ਕਰ ਲਿਆ ਸੀ, ਅਸੀਂ ਕੋਈ ਵੀ ਗੱਲ ਨਹੀਂ ਕਰਾਂਗੇ, ਤੇ ਜਦੋਂ ਹੀ ਇੱਥੋਂ 26 ਨਵੰਬਰ ਨੂੰ ਕੂਚ ਕੀਤਾ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ ਤੇ ਉੱਥੇ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਖੁੱਲ੍ਹੇ ਮਨ ਨਾਲ ਗੱਲਬਾਤ ਕਰਾਂਗੇ, ਆਓ। ਤੇ ਬਰਾੜੀ ਦੀ ਜਿਹੜੀ ਜਗ੍ਹਾ ਸੀਗੀ ਉਹਨੂੰ ਉਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਜੇਲ੍ਹ ਬਣਾਉਣ ਦੀ ਤਿਆਰੀ ਸੀ ਵੀ ਇਹਨਾਂ ਨੂੰ ਘੁੱਟ ਲਵਾਂਗੇ ਉੱਥੇ। ਬਾਅਦ ਵਿੱਚ ਕਿਤੇ ਨਾ ਕਿਤੇ ਦਬਾਅ ਹੇਠ ਆ ਕੇ ਉਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਤੇ ਹਮੇਸ਼ਾ ਇਹ ਗੱਲ ਕਹਿੰਦੇ ਆਏ ਕਿ ਖੁੱਲ੍ਹੇ ਮਨ ਸੇ ਬਾਤ ਕरेंगे, ਪਰ ਹੱਲ ਨਾ ਕੱਢ ਕੇ ਇਹ ਕੰਮ ਕਰਕੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਖੁੱਲ੍ਹਾ ਮਨ ਦਾ ਉਹਨਾਂ ਦਾ ਜਿਹੜਾ ਉਹ ਸੌੜਾ ਹੋ ਗਿਆ ਤੇ ਦਰਵਾਜ਼ੇ ਉਹਨਾਂ ਨੇ ਬੰਦ ਕਰ ਲਏ? ਬਿਲਕੁਲ ਸਾਫ਼ ਜ਼ਾਹਰ ਹੈ ਜੀ। ਆਪਾਂ ਸਿਰਫ ਤੁਸੀਂ ਪਹਿਲਾਂ ਵੀ ਪ੍ਰਸ਼ਨ ਕੀਤਾ ਸੀਗਾ ਕਿ ਬਹੁਤ ਸਾਰੇ ਕਾਲੇ ਕਾਨੂੰਨ ਬਣੇ ਆ ਔਰ ਜੇ ਆਪਾਂ ਸਿਰਫ ਇੱਥੇ ਹੀ ਸੀਮਤ ਰਹੀਏ ਜਿਹੜੀ ਕਿਸਾਨੀ ਨਾਲ ਸੰਬੰਧਿਤ ਜਿਹੜੇ ਕਾਲੇ ਕਾਨੂੰਨ ਹੈ, ਦੇਖੋ ਸਾਰੇ ਦੇ ਪੂਰੇ ਦੇਸ਼ ਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਆ ਔਰ ਖੇਤੀ ਮਾਹਰ ਜਿਹੜੇ ਹੈਗੇ ਆ, ਸਮਾਜ ਵਿਗਿਆਨੀ, ਬੁੱਧੀਜੀਵੀ ਸਾਰੇ ਕਹਿ ਚੁੱਕੇ ਆ ਇਸ ਗੱਲ ਨੂੰ ਕਿ ਇਹ ਕਾਨੂੰਨ ਬਹੁਤ ਖਤਰਨਾਕ ਹੈਗੇ ਆ ਔਰ ਸਰਕਾਰ ਦੀ ਨੀਅਤ ਤੇ ਸਾਨੂੰ ਕੋਈ ਸ਼ੱਕ ਹੀ ਨਹੀਂ ਹੈ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਧਿਰ ਬਣੀ ਹੋਈ ਹੈ, ਰਾਜ ਹੱਟ ਨਹੀਂ ਛੱਡ ਰਹੀ। ਸਰਕਾਰ ਵੀ ਕਹਿ ਰਹੀ ਹੈ ਕਿ ਸੋਧ ਕਰਵਾ ਲਓ, ਇਹਦਾ ਮਤਲਬ ਇਹੀ, ਉਹਨਾਂ ਨੂੰ ਪਤਾ ਹੈ ਕਿ ਕਾਨੂੰਨ ਗਲਤ ਹੈ, ਸੋਧ ਕਰਵਾਉਣ ਦਾ ਮਤਲਬ ਇਹੀ ਹੈ, ਪਰ ਬਸ ਉਹੀ ਜਿਹੜਾ ਹੈ ਕਿ ਰਾਜ ਹੱਟ ਛੱਡਣ ਨੂੰ ਤਿਆਰ ਨਹੀਂ ਹੈ। ਸੋ ਰਾਕੇਸ਼ ਟਕੈਤ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਅਥਰੂਆਂ ਨੂੰ ਦੇ ਜਿਹੜਾ ਸਲਾਬ ਹੈ ਉਹ ਤਾਂ ਦੁਨੀਆ ਤੇ ਆ ਗਿਆ, ਪਰ ਸਰਕਾਰ ਤੇ ਆਰਐਸਐਸ ਕਹਿੰਦੀ ਆ ਵੀ ਉਹ ਇਹ ਕਿਸਾਨ ਜਦੋਂ ਹਰਦੇ ਹੋਏ ਨਜ਼ਰ ਆ ਰਹੇ ਨੇ, ਨਾਟਕ ਕਰ ਰਹੇ ਨੇ ਤੇ ਆਰਐਸਐਸ ਆਪਣੀਆਂ ਕੋਝੀਆਂ ਚਾਲਾਂ ਦੇ ਰਾਹੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇੱਥੇ 60% 80% ਆ, ਇਹ ਤਾਂ ਅਸੀਂ ਹਿੰਦੂ ਰਾਸ਼ਟਰ ਬਣਾ ਕੇ ਰਹਾਂਗੇ।
ਦੇਖੋ ਰਕੇਸ਼ ਟਕੈਤ ਦੇ ਅਥਰੂਆਂ ਨੂੰ ਜੋ ਕੋਈ ਡਰਾਮਾ ਕਹਿੰਦਾ ਹੈ ਤੇ ਬਹੁਤ ਵੱਡਾ ਜਿਹੜਾ ਗੁਨਾਹ ਕਰ ਰਿਹਾ ਹੈ। ਉਹਦੀ ਅੱਖ 'ਚੋਂ ਨਿਕਲੇ ਅਥਰੂ ਨਹੀਂ ਸੀਗੇ, ਉਹਦੀ ਅੰਤਰਾਤਮਾ 'ਚੋਂ ਨਿਕਲੇ ਹੰਝੂ ਸੀਗੇ। ਔਰ ਉਸ ਵੇਲੇ ਜਿਹੜਾ ਹੈ ਉਸ ਵੇਲੇ ਹਰ ਪੰਜਾਬੀ, ਹਰ ਹਰਿਆਣਵੀ, ਹਰ ਹਿੰਦੁਸਤਾਨੀ ਜਿਹੜਾ ਘਬਰਾਇਆ ਹੋਇਆ ਸੀ। ਉਸ ਵੇਲੇ ਦਾ ਜਿਹੜੇ ਹਾਲਾਤ ਇਦਾਂ ਦੇ ਦੇਸ਼ ਦੇ ਬਣ ਗਏ ਸੀਗੇ ਕਿ ਅਸੀਂ ਸਾਰੇ ਘਬਰਾਏ ਹੋਏ ਸੀ। ਤੁਹਾਨੂੰ ਯਾਦ ਹੋਣਾ ਕਿ ਉਸ ਰਾਤ ਕਿਸੇ ਨੇ ਵੀ ਰੋਟੀ ਨਹੀਂ ਸੀ ਖਾਧੀ ਔਰ ਉਹਨਾਂ ਹੰਝੂਆਂ ਦੀ ਕਰਾਮਾਤੀ ਹੈ। ਔਰ ਇਹ ਜਿਹੜੇ ਸਾਡੇ ਅੱਜ ਲੀਡਰ ਆਏ ਆ, ਇਹਨਾਂ ਦੀ ਜਿਹੜੀ ਗੱਲਬਾਤ ਹੈ, ਇਹਨਾਂ ਦੇ ਜਿਹੜੇ ਭਾਸ਼ਣ ਹੈ, ਇਹਨਾਂ ਦੀਆਂ ਟਿੱਪਣੀਆਂ ਆ, ਉਹਨਾਂ ਨੇ ਬੜੀ ਨਿਰਣਾਇਕ ਭੂਮਿਕਾ ਅਦਾ ਕੀਤੀ ਹੈ ਕਿ ਅਗਲੇ ਦਿਨ ਹੀ ਜਿਹੜੇ ਲੋਕ ਜਿਹੜੇ ਮੈਂ ਕਹਿੰਦੀ ਹਾਂ ਕਿ ਥੋੜ੍ਹੇ ਘਬਰਾ ਗਏ ਸੀ, ਥੋੜ੍ਹੇ ਖੌਫਜ਼ਦਾ ਹੋ ਗਏ ਸੀ, ਉਹਨਾਂ ਦੇ ਵਿੱਚ ਨਵੀਂ ਰੂਹ ਫੂਕੀ ਔਰ ਕਾਫਲਿਆਂ ਦੇ ਕਾਫਲੇ ਹੁਣ ਫਿਰ ਜਿਹੜੇ ਹੈ ਦਿੱਲੀ ਵੱਲ ਤੁਰ ਪਏ ਆ। ਸੋ ਮੈਮ ਆਖਰ ਦੇ ਵਿੱਚ ਤੁਸੀਂ ਦੇਸ਼ ਦੇ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਤੇ ਸਾਡੀ ਕੇਂਦਰ ਦੀ ਸਰਕਾਰ ਦੇ ਮੁਖੀਆ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਕੀ ਅਪੀਲ ਕਰਦੇ? ਦੇਖੋ ਸਰਕਾਰ ਨੂੰ ਤਾਂ ਮੇਰੀ ਇਹੀ ਅਪੀਲ ਹੈ ਕਿ ਖੁੱਲ੍ਹੇ ਦਿਲ ਨਾਲ ਜਿਹੜੀ ਕਿਸਾਨਾਂ ਦੀ ਜਿਹੜੀ ਮੰਗ ਹੈ ਉਹਨੂੰ ਸੁਣਿਆ ਜਾਵੇ ਔਰ ਇਹ ਕਾਲੇ ਕਾਨੂੰਨ ਵਾਪਸ ਕੀਤੇ ਜਾਣ। ਔਰ ਬਾਕੀ ਸਾਰਾ ਜਿਹੜਾ ਹੈ ਕਿ ਜਿਹੜੀ ਦੇਸ਼ ਨੂੰ ਜਿਹੜੀ ਮੇਰੀ ਇਹੀ ਹੈ ਕਿ ਸਬਰ, ਸੰਤੋਖ ਤੇ ਸੰਜਮ ਦੇ ਨਾਲ ਅਸੀਂ ਇਹ ਸੰਘਰਸ਼ ਲੜਨਾ ਆ। ਜੇ ਅਸੀਂ ਸਬਰ ਰੱਖਾਂਗੇ, ਸੰਤੋਖ ਰੱਖਾਂਗੇ ਤਾਂ ਜਿੱਤ ਸਾਡੀ ਹੋਏਗੀ। ਜੇ ਕਿਤੇ ਵੀ ਅਸੀਂ ਬੁਖਲਾਹਟ 'ਚ ਆ ਗਏ ਤਾਂ ਉਸ ਵੇਲੇ ਫਿਰ ਜਿਹੜਾ ਹੈ ਇਹ ਵਿਰੋਧੀ ਧਿਰ ਜਿਹੜੀ ਹੈ ਜਿੱਤ ਜਾਏਗੀ। ਸੋ ਬਿਲਕੁਲ ਆਖਿਰ ਦੇ ਵਿੱਚ ਜਿਹੜੀ ਅਪੀਲ ਆ, ਸੋ ਜੰਗ ਜਾਰੀ ਰੱਖਿਓ, ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖਿਓ। ਸੋ ਜੈ ਜਵਾਨ ਜੈ ਕਿਸਾਨ। ਸੋ ਨੈਚੁਰਲੀ ਗੱਲ ਆ ਤੇ ਕਿਤੇ ਨਾ ਕਿਤੇ ਜੈ ਵਿਦਵਾਨ ਦੀ ਵੀ ਗੱਲ ਕਰੀਏ, ਜੈ ਜਵਾਨ ਜੈ ਕਿਸਾਨ ਦੇ ਨਾਲ ਜਿਹੜੇ ਇਹ ਵਿਦਵਾਨ ਲੋਕ ਨੇ ਇਹ ਵੀ ਨਾਲ ਖੜੇ ਹੋ ਚੁੱਕੇ ਨੇ। ਸੋ ਜੁੜੇ ਰਹੋ ਨੇਸ਼ਨ ਪੋਸਟ ਨਾਲ, ਪਲ ਪਲ ਦੀ ਖਬਰ ਜਿਹੜੀ ਤੁਹਾਡੇ ਕੋਲ ਪਹੁੰਚਾਉਂਦੇ ਰਹਾਂਗੇ।